बाकी भाइयों नालों अलग करदा ही अपने 12 ਵਿੱਚੋਂ एक कोई सिर्फ चोगा ही और यूसुफ ये वाचा ही ये वादा ही ये कवनेंट ही जेडी जेडी बाकियां नालों यूसुफ नूं अलग कर दी और अज फिर तो यही रंग है जी सानू बाकी संस्थावां नालों बाकी मैसेज के ग्रुपां नालों अलग करता है सैपरेट करता है क्योंकि खुदा अपने चुनिया नूं अलग रखता है ਉਹ ਕਦੀ ਆਪਣੇ ਚੁਣਿਆਂ ਨੂੰ ਭੀੜ ਦੇ ਵਿੱਚ ਨਹੀਂ ਰੱਖਦਾ ਭੀੜ ਦੇ ਵਿੱਚ ਹੋਣਗੇ ਵੀ ਤਾਂ ਬਾਹਰ ਆਣਗੇ ਮੇਰੀ ਭੇਡ ਮੇਰਾ ਸ਼ਬਦ ਸੁਣਦੀ ਆ ਔਰ ਪਹਿਚਾਨਦੀ ਆ ਔਰ ਇਹ ਸੁਣਿਆ ਪਹਿਚਾਨਿਆ ਤੇ ਉਹਦੇ ਪਿੱਛੇ ਪਿੱਛੇ ਚੱਲਣ ਨੇ ਇੱਕ ਸਾਡੇ ਕੋਈ ਕਾਬਲੀਅਤ ਨਹੀਂ ਹੈ ਅਸੀਂ ਕੋਈ ਰੋਜ਼ੇ ਨਹੀਂ ਰੱਖਿਆ ਕਈ ਮੈਸੇਜ ਚਾਹੀਏ ਤੁਹਾਨੂੰ ਪਤਾ ਹੀ ਕਦੀ ਤੁਸੀਂ ਮੈਸੇਜ ਆਣਾ ਸਾਨੂੰ ਕਿਸੇ ਨੂੰ ਨਹੀਂ ਪਤਾ ਇਸ ਮੈਸੇਜ ਆਣਾ ਇਸ ਕਲਾਮ ਨੂੰ ਜਾਣ ਪਾਣਾ ਹੈ ਪਰ ਇਹ ਉਹਦਾ ਅਨੁਗ੍ਰਹਿ ਹੀ ਉਹਦਾ ਗ੍ਰੇਸ ਹੀ ਉਹਨੇ ਸਾਨੂੰ ਚੁਣਿਆ ਧਰਤੀ ਦੀ ਨੀਂਹ ਰੱਖਣ ਤੋਂ ਪਹਿਲੇ ताकि मैसेज विच होइए संदेश दे विच होइए इस कलाम नू जीए और कलाम नू लेके अगे जाइए ये सत रंगा चोगा दसदा है कि एक स्पेशल अभिषेक ओहदे ते जेड़ा खुदा जेड़ा याकूब ने ओनू दिता है और यही सत रंग सानू दसदे आ कि एक स्पेशल गिफ्ट खुदा दा जेड़ा उन्हें बाकियां नू नहीं दिता सिर्फ तो सिर्फ इस समय दी दुल्हन नू दिता ਤੁਸੀਂ खुश नहीं हो कि ਅਸੀਂ मैसेज ਦੇ ਵਿੱਚ ਅਸੀਂ ਮਸੀਹ ਨੂੰ ਜਾਣਦੇ ਆ ਅਸੀਂ ਸੱਚੇ ਕਲਾਮ ਦੇ ਅੰਦਰ ਆ ਸੱਤ ਗਰਜਾਂ ਦੇ ਪ੍ਰਕਾਸ਼ਨ ਦੇ ਅੰਦਰ ਆ ਸੱਤ ਰੰਗਾਂ ਦੇ ਅਭਿਸ਼ੇਕ ਦੇ ਅੰਦਰ ਆ ਉਹਦੇ ਭਰਾ ਨਾਲ ਨਫ਼ਰਤ ਕਰਦੇ ਹੀ ਪਰ ਕਦੀ ਫਿਰ ਵੀ ਯੂਸਫ ਨੇ ਕਦੀ ਕੰਪਲੇਂਟ ਨਹੀਂ ਕੀਤੀ ਸਾਡੇ ਭਰਾ ਸਾਡੇ ਨਫ਼ਰਤ ਕਰਦੇ ਹੋਣਗੇ ਉਹ ਕਹਿਣਗੇ ਕਿ ਗਲਤ ਆ ਉਹਨਾਂ ਨੇ ਕਹਿਣਾ ਇਹ ਝੂਠੇ ਆ ਭਾਈ ਫਿਰ ਵੀ ਉਹਨਾਂ ਨੇ ਕੰਪਲੇਂਟ ਨਹੀਂ ਕਰਦੇ ਸਾਡੇ ਭਰਾ ਆ ਪ੍ਰਭੂ ਉਹਨਾਂ ਨੂੰ ਬਰਕਤ ਦੇ ਪਰ ਇੱਕ ਭਾਈ ਨੇ ਬੜਾ ਵਧੀਆ ਕਿਹਾ ਕਹਿੰਦਾ ਲੋਕੀ ਮੂੰਹ ਚਲਾਉਂਦੇ ਆ ਪਰ ਦੁਲਹਨ ਪ੍ਰਭੂ ਦਾ ਕੰਮ ਚਲਾਏਗੀ ਐਸੀ ਉਹ ਮੂੰਹ ਚਲਾਉਂਦੇ ਆ ਅਸੀਂ ਕੰਮ ਚਲਾਉਂਦੇ ਆ ਔਰ ਇਹ ਇੱਥੇ ਆਏ ਆ ਖੁਦਾ ਦਾ ਕੰਮ ਚਲਾਉਣ ਲਈ ਯਿਸੂ ਮਸੀਹ ਆਇਆ ਹੈ ਖੁਦਾ ਦਾ ਕੰਮ ਚਲਾਉਣ ਲਈ ਖੁਦਾ ਦੇ ਕੰਮ ਨੂੰ ਅੱਗੇ ਵਧਾਉਣ ਲਈ ਔਰ ਦੁਲਹਨ ਵੀ ਇੱਥੇ ਇਹੀ ਆ ਕਿ ਯਿਸੂ ਮਸੀਹ ਦਾ ਕੰਮ इतने वो छड़ के गया उसी सेवकाई नूं ले और इस धरती से फिर धोके लेके जाए हुण चीजें चेंज होंगी मैसेज आना चर्च आना दान देना दसवांश देना लॉकडाउन है घर आना बहना चलो ठीक है वापस चल गए ये सब खत्म साडा टारगेट है यीशु मसीह सेवकाई नूं इस धरती दे उपर जाहिर करना अगे लेके जाना जारी रखना उन्होंने कंटिन्यू करना ਜਾਂ ਤੇ ਤੁਸੀਂ ਲੁਦੀਕੇ ਦੇ ਵਿੱਚ ਹੋ ਤੇ ਜਾਂ ਦੁਲਹਨ ਦੇ ਯੁੱਗ ਚ ਤੁਸੀਂ ਵਿੱਚ ਨਹੀਂ ਹੋ ਸਕਦੇ ਕਿਤੇ ਜਾਂ ਤਾਂ ਤੁਸੀਂ ਸੰਸਾਰ ਚੋਂ ਜਾਂ ਮਸੀਹ ਚੋਂ ਜਾਂ ਤਾਂ ਤੁਸੀਂ ਅੰਦਰ ਹੋ ਜਾਂ ਤੇ ਬਾਹਰ ਹੋ ਜਾਂ ਤਾਂ ਤੁਸੀਂ ਕਿਸੇ ਦੇ ਅੰਦਰ ਹੋ ਜਾਂ ਤੇ ਬਾਹਰ ਹੋ ਜਾਂ ਤਾਂ ਤੁਸੀਂ ਮੈਸੇਜ ਚੋਂ ਜਾਂ ਮੈਸੇਜ ਤੋਂ ਬਾਹਰ ਹੋ ਜਾਂ ਤਾਂ ਤੁਸੀਂ ਮਸੀਹ ਚੋਂ ਜਾਂ ਮਸੀਹ ਤੋਂ ਬਾਹਰ ਹੋ ਔਰ ਦੁਲਹਨ ਕਦੀ ਵੀ ਮਸੀਹ ਤੋਂ ਬਾਹਰ ਨਹੀਂ ਹੋ ਸਕਦੀ ਕਿਉਂਕਿ ਉਹਦੀ ਹੱਡੀ ਹੈ ਜਿਹੜੀ ਉਹਦੀ ਪਸਲੀ ਉਹਦੇ ਅੰਦਰ ਦੀ ਹੈ ਉਹ ਅੰਦਰ ਹੀ ਰਹੇਗੀ ਹਮੇਸ਼ਾ ਇਸ ਲਈ ਆਈ ਆਪਣੇ ਪੰਖਾਂ ਨੂੰ ਫੜਫੜਾਈਏ ਤੇ ਬੜੀਆਂ ਮੀਟਿੰਗਾਂ ਸੁਣੀਆਂ ਹੋਣੀਆਂ ਜਦੋਂ ਲਾਕਡਾਊਨ ਹੋਇਆ ਬਹੁਤ ਕੁਝ ਸੁਣਿਆ ਹੋਣਾ ਇਧਰ ਉਧਰ ਦਾ ਮੈਂ ਵੀ ਸੁਣਿਆ ਇਸ ਲਈ ਯਾਦ ਰੱਖੀਏ ਔਰ ਅੱਗੇ ਵਧੀਏ ਪੰਖਾਂ ਨੂੰ ਫੜਫੜਾਈਏ ਏਦਾਂ ਹੁੰਦਾ ਰਹਿਣਾ ਆ ਇਸ ਤੁਹਾਨੂੰ ਪ੍ਰੈਕਟਿਸ ਕਰਾਈ ਜਾ ਰਹੀ ਹੈ ਕਿ ਅਗਰ ਲਾਕਡਾਊਨ ਹੋਏਗਾ ਕਿੱਦਾਂ ਦਾ ਹੋਣਾ ਆ ਔਰ ਇਹ ਵਧੀਆ ਤਰੀਕੇ ਨਾਲ ਨਿਭਾ ਰਹੇ ਮੈਨੂੰ ਲੱਗਦਾ दुनिया मार खपन दी है पर दुल्हन आजादी ना मसीह दे अंदर चलन दी है ਉਹਦੇ ਭਰਾ ਯੂਸਫ ਨਾਲ ਨਫ਼ਰਤ ਕਰਦੇ ਹੀ ਏਦਾਂ ਹੀ ਬਾਕੀ ਵੀ ਸਾਡੇ ਨਫ਼ਰਤ ਕਰਦੇ ਆ ਕਈਆਂ ਦੇ ਪੜੋਸੀ ਉਹਨਾਂ ਨਾਲ ਨਫ਼ਰਤ ਕਰਦੇ ਆ ਇਸ ਮੈਸੇਜ ਦੇ ਲਈ ਕਈਆਂ ਦੇ ਮਾਂ-ਬਾਪ ਉਹਦੇ ਨਾਲ ਨਫ਼ਰਤ ਕਰਦੇ ਆ ਇਸ ਮੈਸੇਜ ਦੇ ਲਈ ਕਈਆਂ ਦੇ ਰਿਸ਼ਤੇਦਾਰ ਉਹਨਾਂ ਨਾਲ ਨਫ਼ਰਤ ਕਰਦੇ ਆ ਇਸ ਮਸੀਹ ਦੇ ਲਈ ਇਸ ਮੈਸੇਜ ਦੇ ਲਈ ਇਹ ਸੱਤ ਰੰਗੇ ਜਿਹੜੇ ਵਧੀਆ ਭਰਾ ਹੁੰਦੇ ਸੀ ਸਾਡੇ ਇਕੱਠੇ ਸੇਵਕਾਈਆਂ ਕਰਦੇ ਸੀ ਇਕੱਠੇ ਮਿਲਦੇ ਸੀ ਪਰ ਜਿੱਦਾਂ ਹੀ ਇਹ ਸੱਤ ਰੰਗੀ ਚੋਗਾ ਆਇਆ ਉਹਨਾਂ ਦਾ ਵਰਤਾਵ ਅਲੱਗ ਹੋ ਗਿਆ ਉਹਨਾਂ ਦੀ ਨਫ਼ਰਤ ਜ਼ਾਹਿਰ ਹੋ ਗਈ ਉਹਨਾਂ ਦਾ ਪਤਾ ਚੱਲਿਆ ਕਿ ਅੰਦਰ ਕੀ ਪਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਕਿ ਕੌਣ ਮੇਰੇ ਖਿਲਾਫ ਆ ਇਹਨਾਂ ਮੈਨੂੰ ਕੋਈ ਲੈਣਾ ਦੇਣਾ ਨਹੀਂ ਮੈਨੂੰ ਇੱਕੋ ਲੈਣਾ ਦੇਣਾ ਆ ਕਿ ਮੈਂ ਮਸੀਹ ਦੇ ਨਾਲ ਹਾਂ ਕੋਈ ਵੀ ਮੇਰੇ ਖਿਲਾਫ ਆਉਣ ਦੋ ਮੈਨੂੰ ਕੁਛ ਨਹੀਂ ਹੈ ਮੈਨੂੰ ਮਸੀਹ ਚਾਹੀਦਾ ਹੈ ਸਾਨੂੰ ਯਿਸੂ ਮਸੀਹ ਚਾਹੀਦਾ ਹੈ ਇਸੇ
आओ अगे वधिए। चाहे तुहाडी फैमिली तुहानूं रोके पर आओ अगे वधिए। तुहाडे बच्चे तुहानूं रोकण पर आओ अगे वधिए। तुहाडी पत्नी तुहानूं रोके पर आओ अगे वधिए। तुहाडा पति तुहानूं रोके आओ अगे वधिए। तुहाडा पुराना पास्ट तुहानूं रोके पर आओ अगे वधिए और यूसुफ दी सिफता तक अगे जाइए, ना कि याकूब दे अनुग्रह च रहिए। उन्हां दे भरा सारी गलती करदे पर वो याकूब दे अनुग्रह च रहंदे फिर भी काम चलन दे अगे वधन दे। पर यूसुफ ही जिहड़ा सिद्ध नमूना ही, यूसुफ ही सिद्ध एग्जाम्पल ही। अई इस धरती दे दिन कट्टन नहीं है, अई मसीह नूं जीना है। अई दिन कट्टन नहीं दे इत्थे, अई जिंदगी कट्टन नहीं है। अई यीशु मसीह दे जीवन नूं जीना है, ओदी जिंदगी नूं जीना है। कि लोकी जान लैन कि मेरे चेले उन्हें ये क्या ही। तो ये इदां दा जीवन जियो कि लोकी जान लैन कि तुसीं मेरे चेले हो। जिदा मैं मैनू किहने दस्सिया जी कि महात्मा गांधी एक लीडर ही इंडिया दा, उन्हें कहा कि जो यीशु मसीह कहता है बाइबल च, अगर इंडिया दे सारे कुछ तो करन लग पैन तो सिर्फ 1 साल लगेगा पूरे इंडिया नूं क्रिश्चियन बनदे। अगर वो करन लग पैन, इसलिए आओ करिए जो बाइबल कहती है, वो करिए जो मैसेज कहता है। हेलो भाई, आ रही है आवाज? जी जी आ रही है। हाँ, यूसुफ आमीन आमीन आमीन। याकूब दा अनुग्रह ही, याकूब दा ग्रेस ही कि उन्हें यूसुफ नूं चोगा दिता। ਇਹਦੇ ਲਈ ਉਹਨੇ ਫਾਸਟਿੰਗ ਕੀਤੀ ਔਰ ਇੱਕ ਰਾਤ ਹੋਇਆ यूसुफ ने एक सपना देखा कि एक फूल आया और ਉਹਦੇ ਕਿ ਉਹ ਖੜਾ ਹੋਇਆ ਜਿੱਦਾਂ ਹੀ ਤੇ 11 ਫੂਲੇ ਉਹਦੇ ਅੱਗੇ ਸਜਦਾ ਕਰਨ ਲੱਗ ਪਏ और ਉਹਨੇ ਜਾ ਕੇ ਆਪਣੇ ਭਰਾਵਾਂ ਨੂੰ ਸੁਣਾਇਆ ਕਿ ਇਦਾਂ ਦੀ ਗੱਲ ਆ ਕਿ ਮੇਰਾ ਫੂਲਾ ਖੜਾ ਹੋ ਗਿਆ ਔਰ 11 ਫੂਲੇ ਮੈਂ ਦੇਖੇ ख्वाब ਦੇ ਵਿੱਚ ਕਿ ਉਹ ਮੈਨੂੰ ਸਜਦਾ ਕਰਨ ਲੱਗ ਪਏ, ਉਹ ਮੈਨੂੰ ਦੰਡਵਤ ਕਰਨ ਲੱਗ ਪਏ और वो गुस्से च आ गए कि किदां हो ज्यादा है कि असीं तेरे 11 भरा तेरे अगे सजदा करांगे और उन्हां होर नफरत करन लग पे। फिर उन्हें एक बार सपना देखा कि भराओ प्रभु ने खुदा ने मैनू एक सपना ख्वाब दिखाया कि मैं कि 11 तारे चंद्रमा ते सूरज ते चंद्रमा 11 तारे एक तारे नू दंडवत करन दे। ਇਹ ਪ੍ਰਭੂ ਨੇ ਦਿਖਾਇਆ ਹੀ ਉਹਨੂੰ, ਇਹ ਖੁਦਾ ਨੇ ਉਹਨੂੰ ਦਿਖਾਇਆ ਹੀ। ਖੁਦਾ ਨੇ ਕਿਸੇ ਨਾਲ ਨਹੀਂ ਗੱਲ ਕੀਤੀ 12 ਚੋਂ, ਸਿਰਫ ਯੂਸੁਫ ਨਾਲ ਗੱਲ ਕੀਤੀ। ਔਰ ਖੁਦਾ ਅੱਜ ਵੀ ਕਿਸੇ ਨਾਲ ਨਹੀਂ ਗੱਲ ਕਰਨ ਦਿਆ, ਸਿਰਫ ਇੱਕੋ ਹੀ ਕਲੀਸਿਆ ਨਾਲ ਗੱਲ ਕਰਨ ਦਿਆ ਆ ਔਰ ਉਹ ਸਮੇਂ ਦੀ ਦੁਲਹਨ, ਸਮੇਂ ਦੀ ਬ੍ਰਾਈਡ, ਸਮੇਂ ਦੀ ਲਾੜੀ। ਖੁਦਾ ਨੇ ਸਿਰਫ 12 ਵਿੱਚੋਂ ਇੱਕ ਨੂੰ ਪ੍ਰਕਾਸ਼ਨ ਦਿੱਤਾ ਜਿਹੜਾ 11 ਨੰਬਰ ਦਾ ਹੈ। ਅੱਜ ਵੀ ਖੁਦਾ ਸਿਰਫ 11ਵੀਂ ਘੜੀ ਦੀ ਮਜ਼ਦੂਰ ਵਾਲੀ ਬ੍ਰਾਈਡ ਨੂੰ ਹੀ ਪ੍ਰਕਾਸ਼ਨ ਦੇ ਰਿਹਾ, ਰੈਵਲੇਸ਼ਨ ਦੇ ਰਿਹਾ ਆਪਣੇ ਵਚਨ ਦਾ। ਔਰ ਉਹਦੇ ਭਰਾ ਨੇ ਕਿਹਾ ਕਿ ਕਿੱਦਾਂ ਹੋ ਸਕਦਾ ਆ, ਸੂਰਜ ਮਾਨੇ ਉਹਦਾ ਬਾਪ, ਚੰਦਰਮਾ ਮਾਨੇ ਉਹਦੀ ਮਾਂ ਔਰ 11 ਤਾਰੇ 11 ਭਰਾ ਉਹਨੂੰ ਤੇਰੇ ਅੱਗੇ ਸਜਦਾ ਕਰਨ। ਔਰ ਇਹ ਗੱਲ ਉਹਨਾਂ ਨੇ ਆਪਣੇ ਪਿਓ ਨੂੰ ਸੁਣਾਈ ਔਰ ਉਹਦਾ ਪਿਓ ਵੀ ਗੁੱਸਾ ਕਰ ਗਿਆ। ਇਹ ਕਿੱਦਾਂ ਹੋ ਸਕਦਾ, ਤੂੰ ਕੀ ਕਹਿੰਦਾ, ਮੈਂ ਤੇ ਤੇਰੀ ਮਾਂ ਤੇ 11 ਤਾਰੇ ਤੈਨੂੰ ਦੰਡਵਤ ਕਰਾਂਗੇ। और बाइबल च लिखा ਉਹਦੇ ਪਿਓ ਨੇ ਗੁੱਸਾ ਕੀਤਾ ਔਰ ਉੱਥੋਂ ਨਿਕਲ ਗਿਆ। ਲੇਕਿਨ ਉਹਦੇ ਪਿਓ ਨੇ ਇਹ ਵਚਨ ਯਾਦ ਰੱਖਿਆ, ਇਹ ਗੱਲ ਯਾਦ ਰੱਖੀ ਕਿ ਅਸੀਂ ਇਹਨੂੰ ਦੰਡਵਤ ਕਰਾਂਗੇ, ਉਹ ਜੋ ਵੀ ਹੈ ਕੀਤਾ ਖੁਦਾ ਨਹੀਂ ਹੈ। ਔਰ ਫਿਰ ਇੱਕ ਵਾਰੀ ਉਹਦੇ ਭਰਾ ਭੇਡ ਬੱਕਰੀਆਂ ਨੂੰ ਚਰਾਣਗੇ ਅੱਗੇ ਔਰ ਪਿੱਛੋਂ ਦੇਖਿਆ ਉਹਨਾਂ ਨੇ ਕਿ ਯੂਸੁਫ ਆਂਦਿਆ ਆਇਆ ਉਹਦੀ ਰੋਟੀ ਲੈ ਕੇ। ਔਰ ਉਹਨਾਂ ਨੇ ਕਿਹਾ ਕਿ ਅੱਜ ਟਾਈਮ ਆ ਕਿ ਇਹਨੂੰ ਮਾਰ ਦਈਏ। ਫਿਰ ਉਹਨਾਂ ਨੇ ਜੋ ਕਹਾਣੀ ਬਣਾਈ, ਉਹਦੇ ਕੱਪੜੇ ਲਿੱਤੇ, ਉਹਨੂੰ ਮੇਮਨੇ ਦੇ ਲਹੂ ਚ ਭਿਗੋਇਆ ਔਰ ਉਹਨੂੰ ਖੱਡੇ ਸੁੱਟਤਾ ਔਰ ਬਾਅਦ ਚੋਂ ਇੱਕ ਨੇ ਵੇਚਤਾ ਔਰ ਉਹਨੂੰ 20 ਸਿੱਕਿਆਂ ਚ ਵੇਚਿਆ ਗਿਆ, ਜਿੱਦਾਂ ਯਿਸੂ ਮਸੀਹ ਨੂੰ 30 ਸਿੱਕਿਆਂ ਚ ਵੇਚਿਆ ਗਿਆ ਸੀ। ਔਰ ਪਿਓ ਨੂੰ ਜਾ ਕੇ ਇਹ ਦੱਸਿਆ ਕਿ ਕੋਈ ਜੰਗਲੀ ਜਾਨਵਰ ਆਇਆ ਉਹ ਤੇਰੇ ਮੁੰਡੇ ਨੂੰ ਖਾ ਗਿਆ। ਇਹ ਪ੍ਰਕਾਸ਼ਨ ਪ੍ਰਭੂ ਦੇ ਰਿਹਾ ਸੀ ਉਹਨੂੰ
ਉਹਦੀ ਗਲਤੀ ਕੀ ਸੀ ਨਫ਼ਰਤ ਦੀ? ਕਿ ਜੋ ਖੁਦਾ ਨੇ ਉਹਨੂੰ ਰੈਵਲੇਸ਼ਨ ਦਿੱਤਾ ਉਹ ਸਿਰਫ ਆਪਣੇ ਭਰਾਵਾਂ ਨਾਲ ਸ਼ੇਅਰ ਕਰਨ ਦਿਆ ਸੀ, ਪਰ ਉਹਦੇ ਭਰਾ ਉਹਨਾਂ ਨਫ਼ਰਤ ਕਰਨ ਲੱਗ ਪਏ। ਕਿ ਇਹ ਇਕੱਲਾ ਕਿੱਦਾਂ ਹੋ ਸਕਦਾ ਕਿ ਖੁਦਾ ਇਹਨਾਂ ਗੱਲ ਕਰੇ, ਸਾਡੇ ਨਾਲ ਨਹੀਂ ਕਰ ਸਕਦਾ? ਔਰ ਅੱਜ ਸਾਡੇ ਨਾਲ ਵੀ ਏਦਾਂ ਹੀ ਹੁੰਦਾ ਹੈ। ਜੋ ਖੁਦਾ ਨੇ ਸਾਨੂੰ ਪ੍ਰਕਾਸ਼ਨ ਦਿੱਤਾ, ਰੈਵਲੇਸ਼ਨ ਦਿੱਤਾ, ਅਸੀਂ ਸ਼ੇਅਰ ਕਰਨੇ ਆ ਲੋਕਾਂ ਨਾਲ, ਅਸੀਂ ਸ਼ੇਅਰ ਕਰਨੇ ਆਪਣੇ ਭਰਾਵਾਂ ਨਾਲ, ਅਸੀਂ ਸ਼ੇਅਰ ਕਰਨੇ ਆਪਣੇ ਯਾਰਾਂ ਦੋਸਤਾਂ ਨਾਲ, ਅਸੀਂ ਸ਼ੇਅਰ ਕਰਨੇ ਆਪਣੀ ਫੈਮਿਲੀ 'ਚ। ਔਰ ਇਹਦੇ ਲਈ ਉਹ ਇਸ ਰੈਵਲੇਸ਼ਨ ਨੂੰ ਕਬੂਲ ਨਹੀਂ ਕਰਦੇ, ਪਰ ਸਾਡੇ ਨਾਲ ਨਫ਼ਰਤ ਕਰਦੇ ਆ। ਉਲਟਾ ਕਹਿੰਦੇ ਕਿ ਤੁਸੀਂ ਕਿੱਥੇ ਚਲ ਗਏ ਹੋ, ਤੁਸੀਂ ਗਲਤ ਸੰਗਤੀ ਚੋਂ, ਤੁਸੀਂ ਝੂਠ ਚੋਂ, ਇਹ ਕਿੱਥੇ ਜਾ ਰਹੇ ਹੋ? ਯੂਸਫ ਦੀ ਗਲਤੀ ਥੋੜੇ ਨਾ, ਯੂਸਫ ਤੇ ਆਪਣਾ ਰੈਵਲੇਸ਼ਨ ਸ਼ੇਅਰ ਕਰਨ ਦੇ, ਜੋ ਖੁਦਾ ਦੇ ਰਿਹਾ ਹੈ, ਉਹਦੀ ਗਵਾਹੀ ਦੇ ਰਿਹਾ, ਉਹਦੀ ਟੈਸਟੀਫਾਈ ਦੇ, ਉਹਦੀ ਟੈਸਟੀਮਨੀ ਦੇਂਦੇ ਆ। ਔਰ ਅੱਜ ਵੀ ਅਸੀਂ ਕੁਝ ਗਲਤ ਨਹੀਂ ਕਰਨ ਦੇ, ਬਸ ਖੁਦਾ ਦਾ ਕਲਾਮ ਲੈ ਕੇ ਟੈਸਟੀਮਨੀ ਦਿੰਦੇ ਆ ਕਿ ਸਾਡੇ ਦਿਨਾਂ 'ਚ ਇੱਕ ਮਲਾਕੀ 4 ਦਾ ਨਬੀ ਆਇਆ, ਦੇਖੋ ਉਹਨੇ ਕਲਾਮ ਖੁੱਲ ਗਿਆ ਆ, ਦੇਖੋ 7 ਗਰਜਾਂ ਖੁੱਲ ਗਈਆਂ ਆ, ਦੇਖੋ 7ਵੀਂ ਮੋਹਰ ਖੁੱਲ ਗਈ ਆ, ਦੇਖੋ ਇਸ ਤਰ੍ਹਾਂ ਆ। ਅਸੀਂ ਗਲਤ ਨਹੀਂ ਕਰ ਰਹੇ, ਅਸੀਂ ਆਪਣੇ ਸਿਰਫ ਰੈਵਲੇਸ਼ਨ ਨੂੰ ਸ਼ੇਅਰ ਕਰ ਰਹੇ ਆ। ਔਰ ਨਾ ਔਰ ਕਬੂਲ ਕਰਨ ਦੇ ਬਜਾਏ ਉਹ ਸਾਡੇ ਨਫ਼ਰਤ ਕਰਦੇ ਆ। ਉੱਥੇ ਯੂਸਫ ਦੀ ਨਾ ਗਲਤੀ, ਨਾ ਹੀ ਦੁਲਹਨ ਦੀ ਗਲਤੀ ਹੈ, ਨਾ ਹੀ ਸਾਡੀ ਗਲਤੀ ਹੈ। ਕਿਆ ਤੁਹਾਨੂੰ ਲੱਭਣ ਦੀ ਆਪਣੀ ਪ੍ਰਤੀਸ਼ਾ ਹੈ ਯੂਸਫ ਦੇ ਅੰਦਰ? ਕਿਆ ਤੁਹਾਨੂੰ ਲੱਭ ਰਿਹਾ ਕਿ ਤੁਸੀਂ ਕਿਤੇ ਨਾ ਕਿਤੇ ਯੂਸਫ ਦੇ ਅੰਦਰ ਹੀ, ਤੁਸੀਂ ਸ਼ੈਡੋ ਦੇ ਅੰਦਰ, ਯੂਸਫ ਦੇ ਵਿੱਚ ਹੀ? ਔਰ ਯੂਸਫ ਨੂੰ ਉਹਨਾਂ ਨੇ ਮਾਰਿਆ, ਖੱਡੇ ਸੁੱਟਤਾ, ਉਹਦੇ ਕੱਪੜੇ ਲਿੱਤੇ, ਉਹਨੂੰ ਮੇਮਨੇ ਦੇ ਲੇਲੇ ਦੇ ਖੂਨ ਨਾਲ ਲਥਪਥ ਕੀਤਾ ਔਰ ਪਿਓ ਨੂੰ ਦੇ ਦਿੱਤਾ। ਤੇਰੇ ਪੁੱਤਰ ਨੂੰ ਕਿ ਜੰਗਲੀ ਜਾਨਵਰ ਨੇ ਖਾ ਲਿਆ। ਦੱਸਣ ਦੇ ਬਜਾਏ ਕਿਹੜਾ ਰੈਵਲੇਸ਼ਨ ਆ ਇਹ ਜਾਨਵਰ ਤੇ ਲਹੂ ਦਾ ਆ, ਗਲਤ ਪੇਸ਼ ਕੀਤਾ, ਉਹਨੂੰ ਟਵਿਸਟ ਕੀਤਾ ਕਹਾਣੀ ਨੂੰ। ਔਰ ਏਦਾਂ ਹੀ ਸਾਡੀ ਗੱਲਾਂ ਨੂੰ ਕਈ ਵਾਰ ਲੋਕ ਟਵਿਸਟ ਗਲਤ ਪੇਸ਼ ਕਰਦੇ ਆ। ਉਹ ਕਿੰਨਾ ਮਿਲਣ ਦੇ, ਉਹ ਏਦਾਂ ਦੇ ਆ, ਉਹ ਇਹ ਕਰਦੇ, ਉਹ ਕਰਦੇ, ਉਹ ਕਿਸੇ ਨੂੰ ਗਲਤ ਸਾਬਿਤ ਕਰਕੇ ਆਪੇ ਸੱਚਾ ਸਾਬਿਤ ਹੋਣਾ ਚਾਹੁੰਦੇ। ਉਹ ਇਹ ਕਹਿੰਦੇ ਸੀ ਕਿ ਯੂਸਫ ਗਲਤ ਹੀ, ਅਸੀਂ ਸਹੀ ਆ, ਪਰ ਯਾਕੂਬ ਜਾਣਦਾ ਸੀ ਕਿ ਉਹ ਗਲਤ ਨਹੀਂ ਹੈ। ਉਹ ਖੁਦਾ ਜਾਣਦਾ ਹੈ ਦੁਲਹਨ ਗਲਤ ਨਹੀਂ ਹੈ। ਨਫ਼ਰਤ ਇਹ ਹੈ ਕਿ ਬਸ ਇਹਨਾਂ ਦੀ ਬੁਰਾਈਆਂ ਉਹ ਖੁਦਾ ਨੂੰ ਦੱਸਦਾ ਸੀ, ਉਹ ਯੂਸਫ ਨੂੰ, ਯਾਕੂਬ ਨੂੰ ਦੱਸਦਾ ਸੀ। ਜੋ ਇਹ ਗਲਤ ਕਰਨ ਦੇ, ਬਸ ਜੋ ਇਹ ਗਲਤ ਕਰਦੇ ਅਸੀਂ ਬੋਲ ਦਿੰਦੇ ਆ ਕਿ ਤੁਸੀਂ ਗਲਤ ਕਰਨ ਦੇ ਹੋ। ਇਹ ਨਫ਼ਰਤ ਦਾ ਕਾਰਨ, ਗਲਤ ਨੂੰ ਗਲਤ ਕਹਿਣਾ ਵੀ ਅੱਜ ਨਫ਼ਰਤ ਦਾ ਕਾਰਨ। ਯਾਕੂਬ जो भी है नफरत का, यूसुफ से इतना कोई असर नहीं होता। यूसुफ को क्लियर विजन ही कि मैं एक दिन महिमा च होवांगा। यूसुफ को क्लियर विजन ही कि मेरा पूरा खड़ा होएगा और इन्हां दे पूरे दंडवत करेंगे। यूसुफ को क्लियर विजन ही कि मेरा तारा ऊपर होएगा और 11 तारा और सूरज और चंद्रमा मैनू सजदा करेंगे। उसको क्लियर विजन ही, उसको कोई डाउट नहीं। और दुल्हन नू भी क्लियर विजन है कि मैं रैप्चर से जावांगी ही जावांगी। दुल्हन को भी क्लियर विजन आ कि मेरा लपालकपन होएगा ही होएगा। दुल्हन को भी क्लियर विजन आ कि मैं सिद्ध होवांगी ही होवांगी। दुल्हन को भी क्लियर विजन आ कि मैं 1000 साल दे राह च जावांगी जावांगी। दुल्हन को भी क्लियर विजन आ कि मैनू पवित्र आत्मा दा बपतिस्मा मिलेगा। दुल्हन को भी क्लियर विजन आ कि नवे यरूशलेम, नवी धरती, नवे आकाश च होने वाले हैं। दुल्हन को भी क्लियर विजन आ कि मैं सिंहासन दे बैठ के जगत दा न्याय करांगी, संसार दा न्याय करांगी। दुल्हन को क्लियर विजन है, ऐसे दुल्हन डाउट नहीं करती, दुल्हन कबूल करती है। दुल्हन को क्लियर विजन है, और भरावां को विजन नहीं है, और यूसुफ को विजन ही। और आज भी डिनोमिनेशन ग्रुपों को विजन नहीं है, ब्राइड को विजन है, दर्शन है पूरा। उन्हें पता है मैं रैप्चर से जावांगी। ਉਹਦੇ ਭਰਾ ਕਹਿਣਗੇ, ਉਹਦੇ ਭਰਾ ਹੱਸਦੇ ਹੀ ਉੱਤੇ, ਅੱਛਾ ਤੂੰ ਏਡਾ ਵੱਡਾ ਹੋਇਆ, ਤੂੰ ਸਾਡਾ ਪੂਰਾ ਤੈਨੂੰ ਦੰਡਵਤ ਕਰੇਗਾ। ਉਹ ਅੱਜ ਵੀ ਲੋਕ ਸਾਡੇ ਤੇ ਹੱਸਦੇ, ਅੱਛਾ ਤੁਸੀਂ ਰੈਪਚਰ 'ਚ ਜਾਓਗੇ, ਤੁਸੀਂ ਜੈਮੰਤ ਹੋਵੋਗੇ, ਤੁਸੀਂ ਪਵਿੱਤਰ ਆਤਮਾ ਪਾਓਗੇ, ਤੁਸੀਂ ਜੋ ਬੋਲੋਗੇ ਉਹ ਹੋ ਜਾਏਗਾ, ਉਹ ਸਿਰਫ ਤੁਸੀਂ ਕਰੋਗੇ। ਅੱਜ ਉਹਨਾਂ ਨੂੰ ਡਾਊਟ ਹੈ, ਪਰ ਮੈਨੂੰ ਔਰ ਦੁਲਹਨ ਨੂੰ ਡਾਊਟ ਨਹੀਂ ਹੈ। ਮੈਨੂੰ ਕੋਈ ਡਾਊਟ ਨਹੀਂ ਹੈ। ਪਵਿੱਤਰ ਆਤਮਾ ਮੇਰੀ ਜਾਇਦਾਦ ਹੈ, ਮੈਂ ਲੈ ਕੇ ਹੀ ਰਹਾਂਗਾ, ਮੇਰੀ ਮਲਕੀਅਤ ਹੈ। रैप्चर मेरी मलकियत है, 1000 साल का राज मेरी जायदाद है, मेरी संपत्ति है, मेरी मलकियत है।
ਇਹਦਾ ਹੀ ਉਹ ਸੁਨੇ ਮੰਗਿਆ, ਜਿੱਦਾਂ ਕਾਲਬ ਨੇ ਯਹੋਸ਼ੂ ਕੋ ਮੰਗਿਆ ਮੇਰਾ ਪਹਾੜ ਮੈਨੂੰ ਦੇ, ਇਹ ਦੁਲਹਨ ਫਿਰ ਤੋਂ ਮੰਗਣ ਵਾਲੀ ਆ ਕਿ ਜੋ ਮੇਰਾ ਆ ਉਹ ਮੈਨੂੰ ਵਾਪਸ ਦੇ। ਜਦ ਕਿ ਭਰਾਵਾਂ ਨੂੰ ਵਧੀਆ ਮਿਲਣਾ ਚਾਹੀਦਾ ਸੀ, ਨਾਲ ਹੋਣਾ ਚਾਹੀਦਾ ਸੀ, ਪਰ ਉਹਦੇ ਭਰਾ ਹੋਰ ਉਹਨਾਂ ਨੇ ਨਫ਼ਰਤ ਕਰਨ ਲੱਗ ਪਏ, ਪਰ ਇਸ ਲਈ ਲੋਕ ਸਾਡੇ ਨਫ਼ਰਤ ਕਰਦੇ। ਪਰ ਆਓ ਇਸ ਨਫ਼ਰਤ ਦੇ ਵਿੱਚ ਵੀ ਬਣੇ ਰਹੀਏ ਜਿਹਦਾ ਯੂਸਫ ਬਣਿਆ ਰਿਹਾ। ਯੂਸਫ ਨਾਲ ਨਫ਼ਰਤ ਕੀਤੀ ਗਈ, ਉਹਨੂੰ ਵੇਚਿਆ ਗਿਆ, ਉਹਨੂੰ ਮਾਰਿਆ ਗਿਆ, ਉਹਨੂੰ ਕੁੱਟਿਆ ਗਿਆ, ਪਰ ਉਹ ਕਦੀ ਖੁਦਾ ਦੇ ਖਿਲਾਫ ਨਹੀਂ ਹੋਇਆ। ਉਹਦਾ ਕਦੀ ਮੋਰਲ ਡਾਊਨ ਨਹੀਂ ਹੋਇਆ। ਯੂਸਫ ਕਦੀ ਡਾਊਨ ਨਹੀਂ ਹੋਇਆ। ਯੂਸਫ ਰੋਇਆ ਨਹੀਂ ਕਿ ਪ੍ਰਭੂ ਇਹ ਤੂੰ ਕੀ ਕੀਤਾ। ਉਹ ਇਸ ਲਈ ਰੋਇਆ ਪ੍ਰਭੂ ਇਹਨਾਂ ਨੂੰ ਮਾਫ ਕਰੀਏ, ਨਹੀਂ ਜਾਣਦੇ ਕਿ ਕੀ ਕਰਨ ਦੇ। ਇਹ ਆਪਣੇ ਆਪ ਨੂੰ ਡਾਊਨ ਨਾ ਫੀਲ ਕਰੀਏ, ਆਪਣੇ ਖੰਭਾਂ ਨੂੰ ਫੜਾਈਏ, ਉੱਠੀਏ। ਖੁਦਾ ਨੇ ਤੁਹਾਨੂੰ ਸਾਮਰਥ ਦਿੱਤੀ ਹੈ, ਖੁਦਾ ਨੇ ਤੁਹਾਨੂੰ ਪਾਵਰ ਦਿੱਤੀ ਹੈ। ਜਿਹੜੇ ਖੁਦਾ ਨੇ ਤੁਹਾਨੂੰ ਚੁਣਿਆ ਆ ਉਹ ਤੁਹਾਨੂੰ ਏਦਾਂ ਨਹੀਂ ਜਾਣ ਦੇਗਾ, ਕਿਤੇ ਵੇਸਟ ਨਹੀਂ ਕਰੇਗਾ। ਉਹ ਅੱਗੇ ਲੈ ਕੇ ਜਾਣ ਵਾਲਾ ਖੁਦਾ ਆ। ਯੂਸਫ ਕੋ ਇੰਨਾ ਸਾਹਸ ਸੀ, ਉਹਨੂੰ ਪਤਾ ਹੀ ਮੇਰੇ ਭਰਾ ਮੇਰੇ ਨਾਲ ਨਫ਼ਰਤ ਕਰਦੇ, ਪਰ ਉਹਨੇ ਫਿਰ ਵੀ ਗਵਾਹੀ ਦਿੱਤੀ ਜੋ ਖੁਦਾ ਨੇ ਉਹਨੂੰ ਪ੍ਰਕਾਸ਼ਨ ਦਿੱਤਾ, ਜੋ ਰੈਵਲੇਸ਼ਨ ਦਿੱਤਾ। ਔਰ ਅੱਜ ਆਇਓ ਅਸੀਂ ਵੀ ਜੋ ਖੁਦਾ ਨੇ ਸਾਨੂੰ ਪ੍ਰਕਾਸ਼ਨ ਦਿੱਤਾ ਆ, ਅਸੀਂ ਵੀ ਉਹਦੀ ਗਵਾਹੀ ਦਈਏ। ਜੋ ਖੁਦਾ ਨੇ ਸਾਡੇ ਨਾਲ ਕੀਤਾ ਆ ਉਹਦੀ ਅਸੀਂ ਗਵਾਹੀ ਦਈਏ, ਉਹਨੂੰ ਟੈਸਟੀਫਾਈ ਕਰੀਏ। ਲੋਕ ਮੰਨਣ ਨਾ ਮੰਨਣ, ਭਾਵੇਂ ਨਫ਼ਰਤ ਕਰਨ ਜਿੱਦਾਂ ਯੂਸਫ ਨਾਲ ਕੀਤਾ ਗਿਆ, ਪਰ ਉਹ ਅਸੀਂ ਕਰੀਏ। ਆਸਾਨ ਹੀ ਉਹਦਾ ਯੂਸਫ ਦਾ ਕਿ ਆਪਣੇ ਯਾਰਾਂ ਭਰਾਵਾਂ ਨਾਲ ਮਿਲ ਕੇ ਰਹਿੰਦਾ, ਚੁੱਪ ਕਰਕੇ ਰਹਿੰਦਾ। ਖੁਦਾ ਨੇ ਜੋ ਉਹਨੂੰ ਪ੍ਰਕਾਸ਼ਨ ਦਿੱਤਾ ਮੂੰਹ ਬੰਦ ਰੱਖਦਾ, ਆਪਣੇ ਦਿਲ ਦੇ ਅੰਦਰ ਰੱਖਦਾ ਔਰ ਬੈਠਾ ਰਹਿੰਦਾ। ਭਰਾ ਉਹਨਾਂ ਵਧੀਆ ਰਹਿੰਦੇ, ਪਿਓ ਨਾਲ ਵੀ ਵਧੀਆ ਰਹਿੰਦਾ, ਭਰਾਵਾਂ ਨਾਲ ਵੀ ਵਧੀਆ ਰਹਿੰਦਾ, ਭਰਾਵਾਂ ਨਾਲ ਮਿਲ ਕੇ ਰਹਿੰਦਾ। ਬਸ ਉਹਨੂੰ ਇੱਕ ਕੰਮ ਕਰਨਾ ਪੈਣਾ ਸੀ, ਜੋ ਖੁਦਾ ਨੇ ਦਿੱਤਾ ਸੀ ਉਹਨੂੰ ਉੱਤੇ ਕੰਪਰੋਮਾਈਜ਼ ਕਰਨਾ ਪੈਣਾ ਸੀ। ਪਰ ਯੂਸਫ ਨੇ ਕਦੀ ਕੰਪਰੋਮਾਈਜ਼ ਨਹੀਂ ਕੀਤਾ ਕਲਾਮ ਤੇ। ਯੂਸਫ ਨੇ ਜਿਹੜਾ ਖੁਦਾ ਨੇ ਉਹਨੂੰ ਪ੍ਰਕਾਸ਼ਨ ਦਿੱਤਾ, ਕਦੀ ਜਿਹੜਾ ਖੁਦਾ ਨੇ ਉਹਨੂੰ ਰੈਵਲੇਸ਼ਨ ਦਿੱਤਾ, ਉਹਨੇ ਕਦੀ ਵੀ ਕੰਪਰੋਮਾਈਜ਼ ਨਹੀਂ ਕੀਤਾ ਉਹਦੇ ਨਾਲ। ਯੂਸਫ ਜੋ ਦਿੱਤਾ ਗਿਆ ਉਹਨਾਂ ਨਾਲ ਖੜਾ ਰਿਹਾ। ਅੱਜ ਕਈ ਲੋਕ ਕੰਪਰੋਮਾਈਜ਼ ਕਰ ਲੈਂਦੇ ਆ ਇਸ ਕਲਾਮ ਨੂੰ ਲੈ ਕੇ, ਇਸ ਮੈਸੇਜ ਤੇ ਆ ਕੇ ਵੀ ਕੰਪਰੋਮਾਈਜ਼ ਕਰ ਲੈਂਦੇ ਹੋ। ਆਓ ਖੜੇ ਰਹੀਏ। ਅੱਜ ਸਾਡੇ ਨਾਲ ਵੀ ਆਸਾਨ ਹੈ, ਕਿਸੇ ਵੀ ਡਿਨੋਮੀਨੇਸ਼ਨ ਨਾਲ ਮਿਲ ਕੇ ਉਹਨਾਂ ਅੱਗੇ ਹੋ ਸਕਦੇ ਆ। ਅਧੂਲਨ ਕਦੀ ਕੰਪਰੋਮਾਈਜ਼ ਨਹੀਂ ਕਰੇਗੀ। ਅਸੀਂ ਕਿਸੇ ਵੀ ਮੈਸੇਜ ਦੇ ਗਰੁੱਪ ਦੇ ਵੱਡੇ ਕਿਸੇ ਪਾਸਟਰ ਨਾਲ ਬਹਿ ਕੇ ਉਹਨਾਂ ਦੀ ਸਿੱਖਿਆ ਸ਼ਾਮਲ ਹੋ ਕੇ ਉਹਨਾਂ ਨਾਲ ਰਹਿ ਸਕਨੇ ਔਰ ਵਧੀਆ ਭਰਾ ਹੋ ਜਾਣਗੇ। ਉਹ ਤੁਹਾਡੇ ਨਾਲ ਉਨੀ ਦੇਰ ਤੱਕ ਨਫ਼ਰਤ ਕਰਨ ਦੇ ਜਿੰਨਾ ਤੱਕ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ। ਤੁਸੀਂ ਇੱਕ ਵਾਰੀ ਹਾਂ ਕਰੋ, ਉਹਨਾਂ ਨਾਲ ਮਿਲੋ, ਤੁਹਾਡੇ ਵਰਗਾ ਭਾਈ ਪੂਰੀ ਦੁਨੀਆ 'ਚ ਨਹੀਂ ਹੋਣਾ ਉਹਨਾਂ ਲਈ। ਅਧੂਲਨ ਕਦੀ ਕੰਪਰੋਮਾਈਜ਼ ਨਹੀਂ ਕਰੇਗੀ। ਉਹਨੂੰ ਇਹ ਟੈਨਸ਼ਨ ਨਹੀਂ ਹੋਏਗੀ ਕੌਣ ਮੇਰੇ ਨਾਲ ਨਫ਼ਰਤ ਕਰੇ, ਕੌਣ ਮੇਰੇ ਨਾਲ ਨਫ਼ਰਤ ਕਰਨ ਦਿਆ ਹੈ। ਮੇਰੇ ਭਰਾ ਮੇਰੇ ਖਿਲਾਫ ਆ ਕਿ ਮੇਰੇ ਨਾਲ ਆ, ਮੇਰੀ ਫੈਮਿਲੀ ਮੇਰੇ ਖਿਲਾਫ ਆ ਕਿ ਮੇਰੇ ਨਾਲ ਆ, ਮੇਰਾ ਚਰਚ ਮੇਰੇ ਖਿਲਾਫ ਆ ਜਾਂ ਮੇਰੇ ਨਾਲ ਆ। ਉਹਨੂੰ ਇੱਕੋ ਗੱਲ ਦੀ ਟੈਨਸ਼ਨ ਹੋਏਗੀ ਕਿ ਮੈਂ ਵਚਨ ਦੇ ਨਾਲ ਆ ਔਰ ਖੁਦਾ ਮੇਰੇ ਨਾਲ, ਮੈਂ ਕਲਾਮ ਦੇ ਨਾਲ ਆ ਔਰ ਕਲਾਮ ਮੇਰੇ ਨਾਲ। ਯੂਸਫ ਨੇ ਕੰਪਰੋਮਾਈਜ਼ ਨਹੀਂ ਕੀਤਾ, ਉਹ ਖੱਡੇ 'ਚ ਸੁੱਟਿਆ ਗਿਆ। ਉਹਦੇ ਭਰਾਵਾਂ ਨੇ ਮਿਸਰੀਆਂ ਵਪਾਰੀਆਂ ਨੂੰ ਵੇਚਤਾ, ਬਿਜ਼ਨਸਮੈਨ ਹੀ ਮਿਸਰੀ ਉੱਥੇ ਉਹਨਾਂ ਨੂੰ ਵੇਚਤਾ, ਔਰ ਮਿਸਰੀਆਂ ਨੇ ਜਾ ਕੇ ਅੱਗੇ ਪੋਤੀਫਰ ਨੂੰ ਵੇਚਤਾ। ਯੂਸਫ ਬਾਰ-ਬਾਰ ਵੇਚਿਆ ਜਾਂਦਾ ਜਿੱਦਾਂ ਅੱਜ ਕਲਾਮ ਵੇਚਿਆ ਜਾਂਦਾ। ਔਰ ਪੋਤੀਫਰ ਦੇ ਘਰ ਚਲ ਗਿਆ, ਜੇਲ੍ਹ ਦੇ ਵਿੱਚ ਰਿਹਾ। 17 ਸਾਲ ਦਾ ਯੂਸਫ ਨੌਜਵਾਨ ਜੇਲ੍ਹ 'ਚ ਪਾਇਆ ਗਿਆ, ਖੱਡੇ ਸੁੱਟਿਆ ਗਿਆ। ਕਿਉਂ? ਕਲਾਮ ਨਾਲ ਖੜਾ ਰਿਹਾ, ਰੈਵਲੇਸ਼ਨ ਦੇ ਨਾਲ ਖੜਾ ਰਿਹਾ। ਨਫ਼ਰਤ ਦਾ ਇੱਕ ਸੋਰਸ ਬਣ ਗਿਆ, ਨਫ਼ਰਤ ਦਾ ਇੱਕ ਮੁੱਦਾ ਬਣ ਗਿਆ ਕਿ ਉਹ ਸਾਰੇ ਉਹਨਾਂ ਹੀ ਨਫ਼ਰਤ ਕਰਨ ਦੇ ਆ। ਕਿਉਂ? ਕਿਉਂਕਿ ਕਲਾਮ ਨਾਲ ਖੜਾ ਰਿਹਾ। ਜੋ ਤੁਸੀਂ ਕਲਾਮ ਨਾਲ ਖੜੇ ਹੁੰਦੇ ਹੋ ਤਾਂ ਹਰ ਕੋਈ ਨਫ਼ਰਤ ਕਰੇਗਾ। ਫਿਰ ਇਹ ਨਾ ਸੋਚੋ ਖੁਦਾ ਹੈ ਕੀ ਗਿਆ। ਜਦੋਂ ਏਦਾਂ ਕੋਈ ਕਰੇ ਤੁਹਾਡੇ ਨਾਲ ਤੇ ਬਾਈਬਲ ਕਹਿੰਦੀ ਹੈ ਆਨੰਦਿਤ ਹੋਇਓ, ਖੁਸ਼ ਹੋਇਓ ਕਿ ਉਹਨੇ ਪੁਰਾਣੇ ਨਬੀਆਂ ਨੇ ਵੀ ਏਦਾਂ ਕੀਤਾ ਲੋਕਾਂ ਨੇ, ਕਿਉਂਕਿ ਉਹ ਕਲਾਮ ਨਾਲ ਖੜੇ ਰਹੇ। ਔਰ ਜੇ ਤੁਸੀਂ ਕਲਾਮ ਨਾਲ ਖੜੇ ਰਹੋਗੇ ਤੇ ਲੋਕ ਤੁਹਾਡੇ ਨਾਲ ਵੀ ਕਰਨਗੇ। ਪਰ ਆਈ ਉਸੇ
ਉਸੇ ਸ਼ਨ ਉਸੇ ਘੜੀ ਦੇ ਵਿੱਚ ਖੜੇ ਰਹੀਏ, ਅਸੀਂ ਹਿੱਲੀਏ ਨਾ ਉੱਥੋਂ। ਉਹ ਪੋਤੀਫਰ ਦੇ ਘਰ ਚਲ ਗਿਆ। ਉਹ ਬਾਈਬਲ 'ਚ ਲਿਖਿਆ ਪੋਤੀਫਰ ਦੀ ਪਤਨੀ, ਇਹ ਪੜਿਓ ਪੂਰੀ ਸਟੋਰੀ। ਪੋਤੀਫਰ ਦੀ ਪਤਨੀ ਉਹ ਰੂਪਵਾਨੀ, ਉਹਦੀ ਪਤਨੀ ਉਹਦੇ ਨਾਲ ਸੋਣਾ ਚਾਹੁੰਦੀ ਸੀ, ਉਹ ਚਾਹੁੰਦੀ ਸੀ ਕਿ ਮੇਰੇ ਨਾਲ ਸੋਏ। ਪੋਤੀਫਰ ਨੇ ਯੂਸਫ ਨੂੰ ਪੂਰੇ ਘਰ ਦਾ, ਆਪਣੀ ਪੂਰੀ ਜਾਇਦਾਦ ਦਾ, ਪੂਰੀ ਮਲਕੀਅਤ ਦਾ ਹੱਕਦਾਰ ਬਣਾਇਆ, ਪਰ ਯੂਸਫ ਨੇ ਮਨਾ ਕਰਤਾ। ਯੂਸਫ ਮਿਸਰ ਦੇ ਵਿੱਚ ਆਪਣੇ ਫੈਮਿਲੀ ਤੋਂ ਦੂਰ, ਕੋਈ ਨਹੀਂ ਉੱਥੇ, ਕੋਈ ਪਾਸਟਰ ਨਹੀਂ। ਪੋਤੀਫਰ ਦੀ ਪਤਨੀ ਮਾਲਕਣੀ, ਉਹ ਚਾਹੇ ਤਾਂ ਸੋ ਸਕਦਾ ਸੀ ਉਹਦੇ ਨਾਲ, ਚਾਹੇ ਤਾਂ ਜਨਾਹਕਾਰੀ ਕਰ ਸਕਦਾ ਸੀ, ਚਾਹੇ ਤਾਂ ਵਿਚਾਰ ਕਰ ਸਕਦਾ ਸੀ। ਉਹ ਬਾਰ-ਬਾਰ ਬਾਈਬਲ 'ਚ ਲਿਖਿਆ, ਬਾਰ-ਬਾਰ ਉਹਨੇ ਉਹਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ, ਪਰ ਯੂਸਫ ਹੱਥ ਨਹੀਂ ਆਇਆ, ਕਿਉਂਕਿ ਉਹ ਹੀ ਜਿਹੜਾ ਕਲਾਮ ਨੂੰ ਜੀਣ ਦਿਆ ਸੀ। और फिर एक दिन जिदा यूसुफ अंदर गया और ओदी पोतीफर दी पत्नी आई, उन्हें फिर मना करता, उन्हें गुस्सा आया। और बाइबल से लिखा जिदा ही यूसुफ गया तो उन्हें जांदियां दे कपड़ा ले लिया, ओदा हाथ मारिया, झड़प दे विच कपड़ा ओदे हाथ च आ गया। उन्हें खापाती देखो कि यूसुफ ने गलत कीता। और पोतीफर आया, पोतीफर ने ओदी दलील नहीं सुनी और यूसुफ नूं जेल च पा दिता गया। कलाम दा खड़े रहन दी वजह ना वो जेल च फिर गया। ते देखे यूसुफ दे क्या लाइफ दे कोई सही होंदे, कलाम ना खड़े रहना भरा नफरत करन दे, कलाम ना खड़े रहना प्यो डांटन दिया, कलाम ना खड़े रहा खड्डे सुटिया गया, कुट पई, कलाम ना खड़ा रहा बेचिया गया, कलाम ना खड़े फिर बेचिया गया, फिर कलाम ना खड़ा रहा जेल च चल गया। पर रहा वो कलाम ना खड़ा, ਉਹ ਭਾਵੇਂ ਸਾਨੂੰ ਜੇਲ੍ਹ 'ਚ ਪਾ ਦੋ, ਸਾਨੂੰ ਖੱਡੇ ਸੁੱਟੋ, ਭਾਵੇਂ ਵੇਚ ਦੋ, ਭਾਵੇਂ ਨਫ਼ਰਤ ਕਰੋ, ਭਾਵੇਂ ਘਰੋਂ ਕੱਢੋ, ਜੋ ਮਰਜ਼ੀ ਕਰੋ, ਪਰ ਦੁਲਹਨ ਕਲਾਮ ਨਾਲ ਖੜੀ ਰਹੇਗੀ, ਬ੍ਰਾਈਡ ਕਲਾਮ ਦੇ ਨਾਲ ਖੜੀ ਰਹੇਗੀ। ਦੁਲਹਨ ਨੂੰ ਪਤਾ ਮੈਨੂੰ ਇਕੱਲਾ ਹੀ ਖੜਾ ਰਹਿਣਾ ਪੈਣਾ ਹੈ, ਚਾਹੇ ਤੁਹਾਡੀ ਫੈਮਿਲੀ 'ਚ ਤੁਹਾਨੂੰ ਇਕੱਲੇ ਖੜਾ ਰਹਿਣਾ ਪਏ, ਤੁਹਾਡੀ ਪਤਨੀ ਤੁਹਾਡੇ ਨਾਲ ਨਾ ਹੋਏ ਪਰ ਤੁਹਾਨੂੰ ਇਕੱਲੇ ਖੜਾ ਰਹਿਣਾ ਪਏ, ਤੁਹਾਡਾ ਪਤੀ ਤੁਹਾਡੇ ਨਾਲ ਨਾ ਹੋਏ ਪਰ ਤੁਹਾਨੂੰ ਇਕੱਲੇ ਖੜਾ ਰਹਿਣਾ ਪਏ, ਤੁਹਾਨੂੰ ਇਕੱਲੇ ਖੜਾ ਰਹਿਣਾ ਹੈ ਪੈਣਾ ਹੀ ਆ। ਤੁਹਾਡੇ ਭਰਾ ਭਾਵੇਂ ਤੁਹਾਡੇ ਨਾਲ ਨਾ ਹੋਏ ਪਰ ਤੁਹਾਨੂੰ ਇਕੱਲੇ ਖੜਾ ਰਹਿਣਾ ਪੈਣਾ। ਅੱਜ ਦੁਲਹਨ ਇਕੱਲੀ ਖੜੀ ਹੈ, ਪੂਰੇ ਸਾਰੀ ਦੁਨੀਆ ਉਹਦੇ ਖਿਲਾਫ ਆ। ਕਿਉਂ ਖਿਲਾਫ ਆ? ਕਿਉਂਕਿ 7 ਰੰਗਾਂ ਦਾ ਜਲਾਲ ਇਹਦੇ ਕੋਲ ਆ, 7 ਰੰਗਾਂ ਦਾ ਚੋਗਾ ਇਹਦੇ ਕੋਲ ਆ, ਔਰ 7 ਰੰਗਾਂ ਦਾ ਮੈਸੇਜ ਸਾਡੇ ਕੋਲ, ਇਸ ਲਈ ਪੂਰੀ ਦੁਨੀਆ ਖਿਲਾਫ ਆ, ਪਰ ਦੁਲਹਨ ਇਕੱਲੀ ਖੜੀ ਰਹੇਗੀ। ऐसे पाए हो अपने आप ਨੂੰ ਥੱਲੇ ਨਾ ਸਮਝਿਓ ਕਿ ਕੁਝ ਵੀ ਨਹੀਂ ਆ। ਅਸੀਂ 4th ਕਲਾਸ ਨੌਕਰੀ ਬੇਸ਼ੱਕ ਕਰ ਸਕਦੇ ਹਾਂ, ਪਰ ਜਿਹੜਾ ਸਾਡੇ ਅੰਦਰ ਬੀਜ ਆ ਉਹ ਇਸ ਜ਼ਮੀਨ ਤੇ ਆਸਮਾਨ ਦੇ ਖਾਲਿਕ ਦਾ ਪੁੱਤਰਾਂ ਦਾ ਬੀਜ। ਅਗਰ ਜਦੋਂ ਧਰਤੀ ਦੀ ਰਜਿਸਟਰੀ ਹੋਏਗੀ ਸਾਡੇ ਨਾਂ ਤੇ ਹੋਏਗੀ। ਆ ਬੇਸ਼ੱਕ ਇੱਕ ਕਿਰਾਏ ਦੇ ਘਰ ਚ ਰਹਿ ਸੀ, ਪਰ ਅਗਰ ਕਾਗਜ਼ਾਤ ਹੁੰਦੇ ਧਰਤੀ ਤੇ रजिस्ट्री साडे नां ते ही होनी। और ये पेपर कोई झूठा साबित भी नहीं कर सकता, क्योंकि वकील ही यीशु मसीह जिन्हें पेपर रेडी किए। शैतान दा विच कोई रोल नहीं, इसलिए आओ ढिलना पई आगे वधिए। और उत्थे यूसुफ मिस्र दे विच कल्ला, ਉੱਥੇ ਕੋਈ ਕਿਆ ਉਹਦਾ ਪਾਸਟਰ ਹੀ ਨਹੀਂ, ਕਿਆ ਉਹਦੇ ਵਿਸ਼ਵਾਸੀ ਨਾਲ ਭਾਈ ਭੈਣ ਹੀ, ਬਲੀਵਰ ਹੀ ਨਾਲ, ਕੋਈ ਡੀਕਨ ਹੀ ਨਹੀਂ, ਉਹਦੀ ਪਤਨੀ ਹੀ ਨਹੀਂ, ਉਹਦਾ ਵਿਆਹ ਹੀ ਨਹੀਂ ਹੋਇਆ, ਉਹਦੀ ਮਾਂ ਹੀ ਨਹੀਂ, ਉਹਦਾ ਪਿਓ ਹੀ ਨਹੀਂ, ਉਹਦੇ ਭਰਾ ਹੀ ਨਹੀਂ, ਕੋਈ ਵੀ ਨਹੀਂ। ਯੂਸੁਫ ਚਾਹੇ ਤਾਂ ਸੋਚ ਸਕਦਾ ਹੀ ਕਿਸੇ ਨੂੰ ਨਹੀਂ ਪਤਾ ਚੱਲਣਾ। ਅੱਜ ਯੂਸੁਫ ਸੁੱਤਾ ਨਹੀਂ, ਕਿਉਂਕਿ ਕਰੈਕਟਰ ਹੀ ਯੂਸੁਫ ਦਾ। इसे दुल्हन ब्राइड किते कल्ली भी होए ना, जिथे कोई भी बिलीवर नहीं है, वो फिर भी बिलीवर रहेगी, और फिर भी ब्राइड ही रहेगी। उत्थे भावे कोई ना होए,
छत ते कमरे च बाथरूम च किचन च वो ब्राइड ही रहेगी। बिलीवर बिलीवर ही रहेगा, विश्वासी विश्वासी ही रहेगा। वो चाहे तो कॉम्प्रोमाइज कर सकता है, इत्थे केड़ा किहनूं पता चलना हो जाने, और उन्हें पता ही खुदा देखन दिया। आओ कल्ले खड़े रहिए। और यूसुफ आई जिदा जबूर पढ़िया 105 उत्थे लिखा जो यूसुफ जिंदा कर यूसुफ की गल पूरी ना हुई, जो तक यूसुफ दा उत्थे लिखा यूसुफ दा वचन पूरा ना होया। केड़ा वचन? जेड़ा खुदा ने उन्हें दिता है कि तेरा पूला खड़ा होएगा और ये 11 पूरे दंडवत करेंगे। सूरज चंद्रमा ते 11 तारे तेन दंडवत कर, ये यूसुफ नूं दिता गया ओदा दर्शन ही। जिन तक यूसुफ नूं दिता गया दर्शन पूरा ना होया उन तक परमेश्वर दा खुदा दा कलाम यूसुफ नूं परखदा रहा, जांचदा रहा, ट्राई करदा रहा, ट्राई करदा रहा। और आज साडे युग दा वचन साडे लिए की है? लपालपन, रैप्चर। साडे युग दा वचन की है? लपालपन, रैप्चर, पुनरुत्थान, सेवकाई, थर्ड पुल। ये साडे युग दा वचन। और जिंदा कर ये वचन साडे जीवन च पूरा नहीं हुंदा, ये रेवलेशन जिंदा कर साडे जीवन च पूरा नहीं हुंदा, खुदा दा कलाम सानू परखदा रहे, सानू जांचदा रहे। जिदा एक नबी दसदा, नबी कहंदा इंडिया दे विच सोने नू किदां पवित्र किया जाता, शुद्ध किया जाता। ਉਹਨੂੰ ਥੋੜੇ ਨਾਲ ਕੁੱਟਿਆ ਜਾਂਦਾ ਲੱਕੜੀ ਤੇ, ਸੋਨੇ ਨੂੰ ਰੱਖ ਕੇ, ਸਾਰੀ ਗੰਦ ਉੱਚ ਹੁੰਦਾ ਹੈ, ਉਹਨੂੰ ਲੱਕੜੀ ਮਾਰ ਕੇ ਕੁੱਟਿਆ ਜਾਂਦਾ। ਨਬੀ ਕਹਿੰਦਾ ਇੰਡੀਆ ਦੇ ਵਿੱਚ, ਔਰ ਕੁੱਟਣ ਦੇ ਨਾਲ ਹਰ ਇੱਕ ਗੰਦਗੀ ਸੋਨੇ ਚੋਂ ਬਾਹਰ ਨਿਕਲ ਜਾਂਦੀ। ਨਬੀ ਕਹਿੰਦਾ ਔਰ ਫਿਰ ਕੁੱਟਣ ਵਾਲਾ ਜਿਹੜਾ ਸੁਨਿਆਰਾ ਹੁੰਦਾ, ਨਬੀ ਕਹਿੰਦਾ ਉਹ ਆਪਣੀ ਸ਼ਕਲ ਜਦੋਂ ਉਹਨੂੰ ਲੱਭਦੀ ਉਸ ਪਲੇਟ ਦੇ ਵਿੱਚ ਸੋਨੇ ਦੇ ਵਿੱਚ, ਉਹਦਾ ਮਤਲਬ ਸਾਰੀ ਗੰਦਗੀ ਉਹ ਚੋਂ ਨਿਕਲ ਗਈ। ਉਹ ਇਸੇ ਨਬੀ ਕਹਿੰਦਾ खुदा दा कलाम सानू कुटदा है, जांचदा, ट्राई करदा, परखदा है। और वो परखे जाना कदों पूरा होएगा? जो खुदा दा चरित्र करैक्टर साडे विच लभना शुरू होए। ओ मुकाम, मुकाम साडा सिद्धा है, साडा कलाम सिद्धा है इस युग दा। यूसुफ अपनी इच्छा छड्डिया गया मिस्र दे विच। की चाहुंदा ओ? खुदा नू कि पोतीफर दी पत्नी नू? और यूसुफ ने खुदा नू चुनिया, ना कि पोतीफर दी पत्नी। आज फिर तो तुसीं चॉइस ते छड्डे जांदे हो कि तुहानू इस दुनियादारी चाहिदी है कि तुहानू कलाम चाहिदा है, तुहानू जनाहकारी चाहिदी है कि कलाम चाहिदा है, तुहानू नशा चाहिदा है कि कलाम चाहिदा है, तुहानू गंदियां चीजां चाहिदियां कि कलाम चाहिदा है। दुल्हन फिर तो कलाम चुनेगी, ना कि दुनियादारी चुनेगी। दुल्हन ना संसार नहीं चुनेगी, वो कलाम चुनेगी। और फिर उथे उसे जेल दे विच जिथे वो पाया गया, फिर दे दो, एक बनाने वाला एक परोसन वाला, उथे उसे जेल च उन्होंने कोई गलती की थी, और दोनों उथे आए और दोनों ने सपने देखे और उहदा अर्थ यूसुफ नू पता ही। यूसुफ ने दस्या, यूसुफ ने मतलब दस्या दोनों दा। और यूसुफ फिर तो जेल का अधिकारी होया। यूसुफ ना होया गलत, पर जिथे भी यूसुफ जाता ही बन के वो राजा ही रहिंदा ही, बन के वो मंत्री रहिंदा ही, बन के वो प्रधान ही रहिंदा ही। उत्ते ਉਹ ਭਾਵੇਂ ਪੋਤੀਫਰ ਦਾ ਘਰ ਹੋਏ, ਉਹ ਜੇਲ੍ਹ ਚ ਗਿਆ, ਉੱਥੇ ਵੀ ਪ੍ਰਧਾਨ ਹੋ ਗਿਆ। ਜੇਲ੍ਹ ਦਾ ਸਾਰਾ ਲੇਖਾ ਜੋਖਾ ਯੂਸੁਫ ਹੀ ਸਾਂਭਣ ਲੱਗ ਪਿਆ। और फिर किस तरह जेल चो बाहर गया, पोतीफर ने वापस लिया। और जिस तरह उन्हें मतलब दस्या दोनों ख्वाब का,
उस तरह ही होया। और फिर थोड़ी देर बाद फिरौन ने एक बार कोई सपना देखा और बहुत डर गया। मैं सपना दसांगा नहीं क्योंकि बहुत ख्वाब दसांगा नहीं, वो बड़ा लंबा चल जाना, जल्दी बंद करेंगे ही। और बहुत उन्हें सपना देखा, ख्वाब देखा, ਉਹਦਾ मतलब दसन वाला पूरे मिस्र च कोई नहीं। फिर वो परोसन वाला जिस पहले ख्वाब के मुताबिक उन्हें क्या ही उथे ही उन्होंने क्या कि फिरौन एक बंदा है ਜਿਹੜਾ अर्थ दस सकदा, मतलब दस सकदा। उन्होंने कहा कौन? कहता कि ਜਦੋਂ मैं जेल ਦੇ ਵਿੱਚ ਹੀ ਉੱਥੇ ਵੀ ਸੁਪਨਾ ਆਇਆ ਸੀ ਔਰ ਜਿਸ ਤਰ੍ਹਾਂ ਉਹਨੇ मतलब ਦੱਸਿਆ ਉਸ ਤਰ੍ਹਾਂ ਹੀ ਮੇਰੇ ਨਾਲ ਹੋਇਆ। ਮੈਂ ਚਾਹਨਾ ਕਿਉਂ ਨਾ